ਤੇ ਰਾਹੁਲ ਗਾਂਧੀ ਵੱਲੋਂ ਕਿਹਾ ਵੀ ਕਿ ਕਾਂਗਰਸ ਨੂੰ ਜਿਤਾ ਕੇ ਤੁਸੀਂ ਕੇਂਦਰ ਦੇ ਵਿੱਚ ਸਰਕਾਰ ਬਣਾਓ, ਅਸੀਂ ਜਿਹੜੇ ਬਿੱਲ ਆ ਇਹਨਾਂ ਨੂੰ ਜਿਹੜਾ ਕਾਨੂੰਨ ਬਣਾਇਆ ਇਹਨੂੰ ਖਤਮ ਕਰ ਦਿਆਂਗੇ। ਪਹਿਲਾਂ ਰਾਹੁਲ ਗਾਂਧੀ ਨੂੰ ਪੁੱਛੋ ਵੀ ਇਹ ਕਾਨੂੰਨ ਤਾਂ ਤੂੰ ਖਤਮ ਕਰ ਦੇਂਗਾ ਜਿਹੜਾ ਕਾਨੂੰਨ 2019 ਦੇ ਵਿੱਚ ਤੂੰ ਆਪਣੇ ਪਾਰਲੀਮੈਂਟ ਦੇ ਮੈਨੀਫੈਸਟੋ 'ਚ ਲਿਖਿਆ, ਉਹ ਤਾਂ ਇਸ ਤੋਂ ਵੀ ਵੱਧ ਸਤਿਆਨਾਸ਼ ਕਰਨ ਵਾਲਾ। ਪਰ ਇਹਨਾਂ ਨੂੰ ਇਹ ਦੱਸਣਾ ਪਊਗਾ ਨਾ ਵੀ 107 ਦੇ ਵਿੱਚੋਂ 33 MP ਤੁਹਾਡੇ ਕਾਂਗਰਸ ਦੇ ਤੇ ਗੈਰ ਹਾਜ਼ਰ ਰਹੇ ਤੇ ਤੁਸੀਂ ਮਦਦ ਕੀਤੀ ਬਿੱਲ ਪਾਸ ਕਰਾਉਣ ਦੇ ਵਿੱਚ। ਪਹਿਲਾਂ ਦਿੱਲੀ ਟਿਕ ਕੇ ਬੈਠੇ ਰਹੇ, ਲੁੱਕ ਕੇ ਬੈਠੇ ਰਹੇ ਕਿ ਇਹ ਸਾਰਾ ਕੁਝ ਪਾਸ ਹੋ ਜਾਵੇ। ਰਾਸ਼ਟਰਪਤੀ ਤੱਕ ਵੀ ਧੂੰ ਨਹੀਂ ਕੱਢਿਆ ਵੀ ਸਾਰਾ ਕੁਝ ਪਹਿਲਾਂ ਕਲੀਅਰ ਹੋ ਜਾਵੇ। ਜਦੋਂ ਬਣ ਗਏ ਤੇ ਫਿਰ ਟਰੈਕਟਰ ਦੇ ਉੱਤੇ ਸੋਫਾ ਲਵਾ ਕੇ ਤੇ ਪਿੰਡਾਂ ਦੀ ਸੈਰ ਕਰਨ ਨੂੰ ਨਿਕਲ ਪਏ। ਕੱਲ੍ਹ ਜਿਹੜੇ ਭਾਸ਼ਣ ਦੇ ਕੇ ਗਏ ਸੀ ਵੱਡੇ ਵੱਡੇ ਲੱਛੇਦਾਰ, ਅੱਜ ਉਹ ਟਰੈਕਟਰ ਦੇ ਲੱਗ ਜਾ ਕੇ ਨਹੀਂ ਲੱਭਦੇ ਤੇ ਤੁਸੀਂ ਤਾਂ ਨਾਲ ਦੇ ਹੀ ਛੱਡ ਕੇ ਤੇਰੇ ਰਾਹੁਲ ਗਾਂਧੀ ਦੇ ਤੇ ਤੇਰੇ ਤੇ ਇਤਬਾਰ ਕੌਣ ਕਰੇ। ਬਦਨਾਮ ਕਰਨ ਵੇਲੇ ਤੇ 70% ਦਾ ਲੇਬਲ ਲਾ ਕੇ ਤੋਂ ਚਲੇ ਗਏ ਤੇ ਹੁਣ ਜਦੋਂ 120 ਮੌਤਾਂ ਹੋਈਆਂ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮਚ ਗਈ ਕਿ ਇੱਥੇ ਜ਼ਹਿਰੀਲੀ ਸ਼ਰਾਬ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਮੁਕਾ ਰਹੀ ਹੈ ਤੇ ਰਾਹੁਲ ਗਾਂਧੀ ਨੂੰ ਚੇਤਾ ਨਹੀਂ। ਔਰ ਸਾਡੀ ਕਾਂਗਰਸ ਦਾ ਤੇ ਇਹ ਖਾਸ ਤੌਰ 'ਤੇ ਮਕਸਦ ਹੈ ਮੁੱਖ ਮੰਤਰੀ ਸਾਹਿਬ ਦਾ, ਜਿਹਦੇ ਕਰਕੇ ਸਾਰਾ ਉਹ ਅੱਗੇ ਹੋ ਕੇ ਲੱਗੇ ਹੋਇਆ ਕਿ ਉਹਦੇ ਨਾਲ ਸਾਰੇ ਹੀ ਪਾਪ ਜਿਹੜੇ ਉਹਨਾਂ ਦੇ ਆ। ਹੁਣ ਕੋਈ ਜ਼ਹਿਰੀਲੀ ਸ਼ਰਾਬ ਵੀ ਭੁੱਲ ਗਏ, ਹੁਣ ਜਿਹੜੀ ਸ਼ਰਾਬ ਦੀ ਸਮਗਲਿੰਗ ਵੀ ਭੁੱਲ ਗਏ, ਹੁਣ ਘਰ ਘਰ ਜਿਹੜੀ ਸ਼ਰਾਬ ਦੀ ਕਰਫਿਊ 'ਚ ਡਿਲੀਵਰੀ ਹੋਈ ਉਹ ਵੀ ਭੁੱਲ ਗਏ, 56 ਕਰੋੜ ਦਾ ਜਿਹੜਾ ਰੈਵਨਿਊ ਲਾਸ ਹੋਇਆ ਸੀ ਉਹ ਵੀ ਭੁੱਲ ਗਏ, ਜਿਹੜੀ ਆ ਗੁੰਡਾ ਪਰਚੀ ਕਰਾਈ ਜਾ ਰਹੀ ਸੀ ਜਿਹਦੀ ਹਾਈ ਕੋਰਟ ਨੇ ਜਿਹੜੀ CBI ਦੀ ਜਾਂਚ ਕੀਤੀ ਉਹ ਵੀ ਭੁੱਲ ਗਏ। ਮੈਂ ਅੱਜ ਕਹਿਣਾ ਤੁਹਾਨੂੰ ਕਿ ਅਗਰ ਚੀਮਾ ਆਪਣੀ ਜ਼ਮਾਨਤ ਵਿੱਚ ਆ ਜਾਏ ਤਾਂ ਮੈਂ ਸਿਆਸਤ ਛੱਡ ਦੂੰ। ਤੁਸੀਂ ਮੌਕੇ 'ਤੇ ਸੀ ਜਿਸ ਤਰ੍ਹਾਂ ਦਾ ਹੁੰਗਾਰਾ ਉਹਨਾਂ ਨੂੰ ਰੋਪੜ ਦੇ ਵਿੱਚ ਮਿਲਿਆ ਤੇ ਇਸ ਬੁਖਲਾਹਟ ਦੇ ਵਿੱਚ ਇਹੋ ਜਿਹੇ ਸ਼ਬਦ ਨਿਕਲ ਜਾਣੇ ਕੁਦਰਤੀ ਹੁੰਦੇ। ਕੇਂਦਰ ਸਰਕਾਰ ਵੱਲੋਂ ਬਣਾਏ ਨਵੀਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਰੇਲ ਪਟੜੀਆਂ ਤੇ ਡਟੇ ਹੋਏ ਨੇ ਤੇ ਕਿਸਾਨਾਂ ਵੱਲੋਂ ਹੁਣ ਰਿਲਾਇੰਸ ਕੰਪਨੀ ਦੇ ਵਪਾਰਕ ਅਦਾਰਿਆਂ ਦਾ ਵੀ ਘਿਰਾਓ ਕੀਤਾ ਜਾ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਾਂਗਰਸ ਵੱਲੋਂ ਰਾਹੁਲ ਗਾਂਧੀ ਵੱਲੋਂ ਟਰੈਕਟਰ ਰੈਲੀ ਸ਼ੁਰੂ ਕੀਤੀ ਗਈ ਹੈ ਤੇ ਅਕਾਲੀ ਦਲ ਵੱਲੋਂ ਵੀ ਬੀਤੇ ਦਿਨੀ ਕਿਸਾਨ ਮਾਰਚ ਕੱਢਿਆ ਗਿਆ ਸੀ ਤੇ ਹੁਣ ਅਗਲਾ ਕੀ ਰਣਨੀਤੀ ਹੈ ਅਕਾਲੀ ਦਲ ਦੀ, ਇਸ ਨੂੰ ਲੈ ਕੇ ਗੱਲ ਕਰਦੇ ਹਾਂ ਡਾਕਟਰ ਦਲਜੀਤ ਸਿੰਘ ਚੀਮਾ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਿਸਾਨ ਜੋ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਕੇਂਦਰ ਦੇ ਖਿਲਾਫ, ਉਸ ਵਿੱਚ ਅਕਾਲੀ ਦਲ ਵੱਲੋਂ ਅੱਗੇ ਕੀ ਸੰਘਰਸ਼ ਕੀਤਾ ਜਾਵੇਗਾ। ਬਹੁਤ ਬਹੁਤ ਸਵਾਗਤ ਚੀਮਾ ਸਾਹਿਬ ਤੁਹਾਡਾ ਪੰਜਾਬੀ ਲੋਕ ਚੈਨਲ ਵਿੱਚ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਡਾਕਟਰ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਵੱਲੋਂ ਕੀ ਰਣਨੀਤੀ ਅਪਣਾਈ ਗਈ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਜੋ ਬਿੱਲ ਲਿਆਂਦਾ ਗਿਆ ਹੈ, ਜੋ ਕਾਨੂੰਨ ਬਣਾਇਆ ਗਿਆ, ਉਸ ਨੂੰ ਲੈ ਕੇ ਹਾਲੇ ਤੱਕ ਕੋਈ ਅਜਿਹਾ ਪ੍ਰਤੀਕਰਮ ਸਾਹਮਣੇ ਨਹੀਂ ਆ ਰਿਹਾ ਕਿ ਕੇਂਦਰ ਸਰਕਾਰ ਇਸ ਦੇ ਵਿੱਚ ਕੋਈ ਸੋਧ ਕਰ ਰਹੀ ਹੈ ਇਸ ਨੂੰ ਜਾਂ ਵਾਪਸ ਲੈ ਰਹੀ ਹੈ। ਦੇਖੋ, ਗੱਲ ਇਹ ਹੈ ਕਿ ਕੱਲ੍ਹ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀਗੀ ਔਰ ਕੱਲ੍ਹ ਅਸੀਂ 3 ਮੈਂਬਰੀ ਪਾਰਟੀ ਦੀ ਕਮੇਟੀ ਵੀ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਦੀ ਅਗਵਾਈ 'ਚ ਬਣਾਤੀ ਕਿ ਜਿਹੜੀ ਕਿ ਕਿਸਾਨੀ ਦੇ ਹਿੱਤਾਂ ਵਾਸਤੇ ਜਿਹੜਾ ਸਹਿਯੋਗ ਕਰਨ ਵਾਸਤੇ, ਕੋਆਰਡੀਨੇਸ਼ਨ ਕਰਨ ਵਾਸਤੇ ਜਿੱਥੇ ਵੀ ਕਿਤੇ ਲੋੜ ਪਏਗੀ ਉਹ ਕੰਮ ਕਰੇਗੀ। ਸਾਡਾ ਮਤਲਬ ਇਹ ਹੈ ਕਿ ਕਿਸਾਨ ਨੂੰ ਇਨਸਾਫ ਲੈ ਕੇ ਦੇਣਾ। ਇੱਕ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਲਾਈਕ ਮਾਈਂਡਡ ਪਾਰਟੀਜ਼ ਹੈ ਉਹਦੇ ਵਾਸਤੇ ਵੀ ਇੱਕ ਕਮੇਟੀ ਬਣਾਤੀ ਕਿ ਜਿੰਨੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਨੂੰ ਇਕੱਠਾ ਕਰਕੇ ਆਪਣੀ ਸ਼ਕਤੀ ਨੂੰ ਵਧਾਇਆ ਜਾਵੇ ਤੇ ਤਾਂ ਜੋ ਆਉਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਦਬਾਅ ਪਾਇਆ ਜਾਵੇ ਗੌਰਮੈਂਟ 'ਤੇ ਕਿ ਇਹ ਤਿੰਨੇ ਜਿਹੜੇ ਕਾਨੂੰਨ ਹੈ ਵਾਪਸ ਹੋ। ਇਸ ਲਈ ਜਿੱਥੇ ਵੀ ਕਿਤੇ ਲੋੜ ਪਏਗੀ, ਜਿਸ ਤਰ੍ਹਾਂ ਵੀ ਅੱਗੇ ਸਮਾਂ ਜਿਹੜਾ ਮੰਗ ਕਰੇਗਾ, ਸ਼੍ਰੋਮਣੀ ਅਕਾਲੀ ਦਲ ਹਰ ਤਰੀਕੇ ਨਾਲ ਕਿਸਾਨੀ ਦੀ ਮਦਦ ਕਰਨ ਵਾਸਤੇ ਅੱਗੇ ਆਏਗਾ। ਇਹ ਕੱਲ੍ਹ ਜਿਹੜਾ ਡਿਟਰਮੀਨੇਸ਼ਨ ਹੈ ਕੱਲ੍ਹ ਦੀ ਕੋਰ ਕਮੇਟੀ ਨੇ ਕਲੀਅਰ ਕਰਤਾ। ਰਾਹੁਲ ਗਾਂਧੀ ਵੱਲੋਂ ਰੈਲੀ ਕੀਤੀ ਜਾ ਰਹੀ, ਟਰੈਕਟਰ ਰੈਲੀ ਅੱਜ ਵੀ ਹੈਗੀ ਹੈ ਤੇ ਰਾਹੁਲ ਗਾਂਧੀ ਵੱਲੋਂ ਕਿਹਾ ਵੀ ਕਿ ਕਾਂਗਰਸ ਨੂੰ ਜਿਤਾ ਕੇ ਤੁਸੀਂ ਕੇਂਦਰ ਦੇ ਵਿੱਚ ਸਰਕਾਰ ਬਣਾਓ, ਅਸੀਂ ਜਿਹੜੇ ਬਿੱਲ ਆ ਇਹਨਾਂ ਨੂੰ ਜਿਹੜਾ ਕਾਨੂੰਨ ਬਣਾਇਆ ਇਹਨੂੰ ਖਤਮ ਕਰ ਦਿਆਂਗੇ। ਪਹਿਲਾਂ ਰਾਹੁਲ ਗਾਂਧੀ ਨੂੰ ਪੁੱਛੋ ਵੀ ਇਹ ਕਾਨੂੰਨ ਤਾਂ ਤੂੰ ਖਤਮ ਕਰ ਦੇਂਗਾ ਜਿਹੜਾ ਕਾਨੂੰਨ 2019 ਦੇ ਵਿੱਚ ਤੂੰ ਆਪਣੇ ਪਾਰਲੀਮੈਂਟ ਦੇ ਮੈਨੀਫੈਸਟੋ 'ਚ ਲਿਖਿਆ, ਉਹ ਤਾਂ ਇਸ ਤੋਂ ਵੀ ਵੱਧ ਸਤਿਆਨਾਸ਼ ਕਰਨ ਵਾਲਾ। ਜਿਹੜਾ 2019 ਦੇ ਵਿੱਚ ਰਾਹੁਲ ਗਾਂਧੀ ਨੇ ਮੈਨੀਫੈਸਟੋ ਜਾਰੀ ਕੀਤਾ ਸੀ ਉਹ 'ਚ ਲਿਖਿਆ ਕਿ APMC ਜਿਹੜਾ ਐਕਟ ਹੈ ਖਤਮ ਹੀ ਕਰ ਦੇਣ, ਜਿਹਦਾ ਮਤਲਬ ਹੈ ਕਿ ਸਾਰਾ ਮੰਡੀਆਂ ਦਾ ਸਿਸਟਮ, ਸਾਰਾ ਮੰਡੀਆਂ ਦਾ ਢਾਂਚਾ,
ਸਾਰਾ ਖਰੀਦ ਦਾ ਸਿਸਟਮ ਟੋਟਲ ਖਤਮ ਹੋ ਜਾਏਗਾ। ਤੇ ਇਹਦੇ 'ਤੇ ਕੋਈ ਕੌਣ ਇਤਬਾਰ ਕਰੇਗਾ? ਹਾਲੇ ਤੇ ਅੱਧਾ ਨੁਕਸਾਨ ਹੋਇਆ, ਇਹ ਤਾਂ 100% ਕਰਨ ਵਾਸਤੇ ਆਪਣੀ ਕਮਿਟਮੈਂਟ ਜਿਹੜੀ ਹੈ ਦੇਸ਼ ਦੇ ਲੋਕਾਂ ਨੂੰ ਦੇ ਹੀ ਬੈਠੇ। ਇਸ ਕਰਕੇ ਪੰਜਾਬ ਦਾ 2017 ਦਾ ਮੈਨੀਫੈਸਟੋ ਪੜ੍ਹ ਲਓ, ਅਤੇ ਜਿਹੜੀਆਂ 2017 ਦੀਆਂ ਸੋਧਾਂ ਕੀਤੀਆਂ ਕੈਪਟਨ ਅਮਰਿੰਦਰ ਸਿੰਘ ਹਰਾਂ ਨੇ, ਇਹ ਤਾਂ ਸਾਰਾ ਕੁਝ ਤੁਸੀਂ ਪਹਿਲਾਂ ਕਰੀ ਬੈਠੇ ਹੋ। ਜੇ ਰਾਹੁਲ ਗਾਂਧੀ ਦੇ ਮਨ ਦੇ ਵਿੱਚ ਇਮਾਨਦਾਰੀ ਹੁੰਦੀ ਤੇ ਇਹ ਵਿਪ ਜਾਰੀ ਕਰਦੇ ਰਾਜ ਸਭਾ ਦੇ ਵਿੱਚ, ਜਿੱਥੇ ਇਸ ਬਿੱਲ ਨੂੰ ਜਿਹੜਾ ਹਰਾਇਆ ਜਾ ਸਕਦਾ ਸੀ। ਪਰ ਇਹਨਾਂ ਨੂੰ ਇਹ ਦੱਸਣਾ ਪਊਗਾ ਨਾ ਵੀ 107 ਦੇ ਵਿੱਚੋਂ 33 MP ਤੁਹਾਡੇ ਕਾਂਗਰਸ ਦੇ ਤੇ ਗੈਰ ਹਾਜ਼ਰ ਰਹੇ, ਅਤੇ ਤੁਸੀਂ ਮਦਦ ਕੀਤੀ ਬਿੱਲ ਪਾਸ ਕਰਾਉਣ ਦੇ ਵਿੱਚ। ਤੁਹਾਡੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਬਿੱਲ ਦੇ ਹੱਕ 'ਚ ਵੋਟਾਂ ਪਾਈਆਂ, ਤੁਸੀਂ ਕੀ ਐਕਸ਼ਨ ਲਿਆ? ਕੀ ਤੁਸੀਂ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਸਪੋਰਟ ਵਿਡਰਾ ਕੀਤੀ? ਨਹੀਂ ਕੀਤੀ। ਇਸ ਕਰਕੇ ਤੁਹਾਡੇ ਐਕਸ਼ਨ ਜਿਹੜੇ ਨੇ ਉਹ ਸਾਡੇ ਖਿਲਾਫ ਨੇ, ਕਿਸਾਨੀ ਦੇ ਖਿਲਾਫ ਨੇ, ਅਤੇ ਤੁਹਾਡੀ ਭਾਸ਼ਾ 'ਤੇ ਕੌਣ ਇਤਬਾਰ ਕਰੇ? ਪਹਿਲਾਂ ਤਾਂ ਦੱਸਣਾ ਪਊਗਾ ਨਾ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਕੀ ਹੈ। ਅਸੀਂ ਚੱਲ ਕੇ ਦੇਸ਼ ਦੇ ਰਾਸ਼ਟਰਪਤੀ ਕੋਲ ਵੀ ਗਏ ਕਿ ਬਿੱਲ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ, ਅਤੇ ਤੁਹਾਡੇ ਕੋਲ 150 ਦੇ ਕਰੀਬ ਰਾਜ ਸਭਾ ਅਤੇ ਲੋਕ ਸਭਾ ਦੇ MP ਹੈ, ਤੁਸੀਂ ਕਿਉਂ ਨਹੀਂ ਗਏ? ਪਹਿਲਾਂ ਦਿੱਲੀ ਟਿਕ ਕੇ ਬੈਠੇ ਰਹੇ, ਲੁੱਕ ਕੇ ਬੈਠੇ ਰਹੇ ਕਿ ਇਹ ਸਾਰਾ ਕੁਝ ਪਾਸ ਹੋ ਜਾਵੇ। ਰਾਸ਼ਟਰਪਤੀ ਤੱਕ ਵੀ ਧੂੰ ਨਹੀਂ ਕੱਢਿਆ ਵੀ ਸਾਰਾ ਕੁਝ ਪਹਿਲਾਂ ਕਲੀਅਰ ਹੋ ਜਾਵੇ। ਜਦੋਂ ਬਣ ਗਏ ਅਤੇ ਫਿਰ ਟਰੈਕਟਰ ਦੇ ਉੱਤੇ ਸੋਫਾ ਲਵਾ ਕੇ ਅਤੇ ਪਿੰਡਾਂ ਦੀ ਸੈਰ ਕਰਨ ਨੂੰ ਨਿਕਲ ਪਏ। ਇਸ ਕਰਕੇ ਇਹਨਾਂ 'ਤੇ ਕੌਣ ਇਤਬਾਰ ਕਰ ਸਕਦਾ? ਜਿਹੜੇ ਬੰਦੇ ਕੱਲ੍ਹ ਇਹਨਾਂ ਦੇ ਲੀਡਰ ਇਹਨਾਂ ਦੇ ਨਾਲ ਚੜ੍ਹੇ ਸੀ, ਅੱਜ ਉਹ ਵੀ ਉਤਰ ਗਏ। ਕੱਲ੍ਹ ਜਿਹੜੇ ਭਾਸ਼ਣ ਦੇ ਕੇ ਗਏ ਸੀ ਵੱਡੇ ਵੱਡੇ ਲੱਛੇਦਾਰ, ਅੱਜ ਉਹ ਟਰੈਕਟਰ ਦੇ ਲੱਗ ਜਾ ਕੇ ਨਹੀਂ ਲੱਭਦੇ, ਅਤੇ ਤੁਸੀਂ ਤਾਂ ਨਾਲ ਦੇ ਹੀ ਛੱਡ ਕੇ ਤੇਰੇ ਰਾਹੁਲ ਗਾਂਧੀ ਦੇ, ਅਤੇ ਤੇਰੇ 'ਤੇ ਇਤਬਾਰ ਕੌਣ ਕਰੇ? ਚੀਮਾ ਸਾਹਿਬ, ਇੱਕ ਕਿਸਾਨਾਂ ਵਿੱਚ ਇਹ ਵੀ ਚਰਚਾ ਹੈ ਕਿ ਜਿਹੜੀ ਰੈਲੀ ਕੀਤੀ ਜਾ ਰਹੀ ਹੈ ਕਾਂਗਰਸ ਵੱਲੋਂ, ਉਹਦੇ 'ਚ ਕਿਸਾਨਾਂ ਦੀ ਗੱਲ ਘੱਟ ਆ ਅਤੇ ਪ੍ਰਚਾਰ ਕਾਂਗਰਸ ਦਾ ਜ਼ਿਆਦਾ ਕੀਤਾ ਜਾ ਰਿਹਾ। ਵੱਡੇ ਵੱਡੇ ਹੋਲਡਿੰਗ ਲਗਾਏ ਜਾ ਰਹੇ ਆ ਰਾਹੁਲ ਗਾਂਧੀ ਦੇ, ਜਾਂ ਝੰਡੇ ਜਿਹੜੇ ਹੈਗੇ, ਜ਼ਿਆਦਾ ਪ੍ਰਚਾਰ ਪਾਰਟੀ ਦਾ ਕੀਤਾ ਜਾ ਰਿਹਾ। ਜਿਵੇਂ BJP ਕਹਿ ਰਹੀ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਇਹ ਆਪਣੀ ਜਿਹੜੀ ਹੈਗੀ ਹੈ ਸਿਆਸੀ ਵੋਟ ਜਿਹੜੇ ਹੈਗੇ ਵੋਟ ਬੈਂਕ ਦੇ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ, ਉਹ ਵੀ ਦੋਸ਼ ਲੱਗ ਰਹੇ। ਦੇਖੋ ਗੱਲ ਇਹ ਹੈ ਨਾ ਵੀ ਜੋ ਕੁਝ ਕਾਂਗਰਸ ਕਰ ਰਹੀ ਹੈ ਇਹ ਤਾਂ 100% ਹੀ ਰਾਜਨੀਤੀ ਹੈ ਨਾ, ਕਿਉਂਕਿ ਤੁਹਾਡੀ ਆਪਣੀ ਸੋਚ ਜਿਹੜੀ ਹੈ ਇਸ ਤੋਂ ਵੀ ਕਈ ਗੁਣਾ ਅੱਗੇ ਕਿਸਾਨ ਵਿਰੋਧੀ ਹੈ, ਅਤੇ ਤੁਹਾਡੇ ਤੋਂ ਭਲਾ ਕੌਣ ਐਕਸਪੈਕਟ ਕਰੇ? ਉਹ ਤਾਂ ਅਸੀਂ ਸਮਝਦੇ ਹਾਂ ਕਿ ਸਾਰਾ ਕੁਝ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਕਰਕੇ ਅਤੇ ਤੁਸੀਂ ਵਿਖਾਵਾ ਜਿਹਾ ਤਾਂ ਕਰੀ ਜਾ ਰਹੇ ਹੋ। ਮੈਂ ਹੀ ਕਹਿਣਾ, ਜਿੰਨੀਆਂ ਸਵਾਰੀਆਂ ਕੱਲ੍ਹ ਸਟੇਜ 'ਤੇ ਸੀ ਜਾਂ ਕੱਲ੍ਹ ਟਰੈਕਟਰ 'ਤੇ ਸੀ, ਉਹ 'ਚੋਂ ਤਾਂ ਸਵਾਰੀਆਂ ਹੀ ਆਪਣੀਆਂ ਨੇ ਦੇਦੀਆਂ ਰਹਿ ਗਈਆਂ, ਅਤੇ ਬਾਕੀ ਇਹਨਾਂ ਨੂੰ ਲੋਕ ਸਮਝਦੇ ਆ, ਕਿਸਾਨ ਤਾਂ ਚੰਗੀ ਤਰ੍ਹਾਂ ਸਮਝਦੇ ਆ। ਫਿਰ ਰਾਹੁਲ ਗਾਂਧੀ ਪਹਿਲਾਂ ਨਹੀਂ ਆਇਆ, ਪਹਿਲਾਂ ਪਿਛਲੀ ਵਾਰੀ ਆਇਆ ਸੀ। ਉਦੋਂ ਰਾਹੁਲ ਗਾਂਧੀ ਜਦੋਂ ਸਾਡੀ ਸਰਕਾਰ ਸੀ ਅਤੇ ਇੱਕ ਕਿਸਾਨ ਦੀ ਖੁਦਕੁਸ਼ੀ ਹੋਈ ਸੀ, ਅਤੇ ਉਦੋਂ ਉਹਦੇ ਘਰ ਆਇਆ ਸੀ। ਫਿਰ ਆਇਆ ਇੱਥੇ, ਇਹਨੇ ਨਸ਼ਿਆਂ ਦਾ ਬੜਾ ਪ੍ਰਚਾਰ ਕੀਤਾ, ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਕਿ 70% ਪੰਜਾਬੀ ਨਸ਼ੇੜੀ ਆ। ਹੁਣ ਨਸ਼ੇ ਦੇ ਨਾਲ 120 ਮੌਤਾਂ ਹੋ ਗਈਆਂ, ਅਤੇ ਉਦੋਂ ਰਾਹੁਲ ਗਾਂਧੀ ਆਇਆ ਨਹੀਂ। ਉੱਧਰ ਆਉਣਾ ਚਾਹੀਦਾ ਸੀ ਨਾ, ਜੇ ਇਹਨੂੰ ਨਸ਼ਿਆਂ ਦਾ ਇੰਨਾ ਫਿਕਰ ਸੀ। ਬਦਨਾਮ ਕਰਨ ਵੇਲੇ ਤਾਂ 70% ਦਾ ਲੇਬਲ ਲਾ ਕੇ ਉਦੋਂ ਚਲੇ ਗਏ, ਅਤੇ ਹੁਣ ਜਦੋਂ 120 ਮੌਤਾਂ ਹੋਈਆਂ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮਚ ਗਈ ਕਿ ਇੱਥੇ ਜ਼ਹਿਰੀਲੀ ਸ਼ਰਾਬ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵਿਕਾ ਰਹੀ ਹੈ, ਅਤੇ ਰਾਹੁਲ ਗਾਂਧੀ ਨੂੰ ਚੇਤਾ ਨਹੀਂ। ਚੀਮਾ ਸਾਹਿਬ, ਇੱਕ ਸਿਆਸੀ ਪਾਰਟੀ ਦੇ ਵੀ ਰੋਕ ਲੱਗ ਰਿਹਾ ਲੀਡਰਾਂ 'ਤੇ ਕਿ ਜਦੋਂ ਇੱਕ ਨਵਾਂ ਮੁੱਦਾ ਆ ਜਾਂਦਾ ਪੁਰਾਣੇ ਮੁੱਦਿਆਂ ਨੂੰ ਭੁੱਲ ਜਾਂਦੇ ਆ, ਉਹਨਾਂ ਨੂੰ ਜਿਹੜਾ ਸਿਰੇ ਨਹੀਂ ਲਾਇਆ ਜਾਂਦਾ। ਜਿਵੇਂ ਵਜ਼ੀਫਿਆਂ ਵਾਲੀ ਸਕਾਲਰਸ਼ਿਪ ਦੀ ਮੁੱਦਾ ਚੱਲਿਆ ਸੀ 64 ਕਰੋੜ ਦੇ ਘੁਟਾਲੇ ਨੂੰ ਲੈ ਕੇ, ਉਹ ਵਿੱਚੇ ਰੁਲ ਗਿਆ। ਵਿਦਿਆਰਥੀ ਵਿਚਾਰੇ ਉਹ ਜਿਨ੍ਹਾਂ ਤੋਂ ਮਿਲਣਾ ਸੀਗਾ ਉਹ ਲਾਭ, ਉਹ ਵੀ ਵਿੱਚ ਦੇਖ ਰਹੇ ਆ। ਉਹਨੂੰ ਲੈ ਕੇ ਅਕਾਲੀ ਦਲ ਵੱਲੋਂ ਵੀ ਜਿਹੜਾ ਸ਼ੁਰੂ ਕੀਤਾ ਗਿਆ ਸੀ ਸੰਘਰਸ਼, ਉਹ ਵਿੱਚ ਹੀ ਰਹਿ ਗਿਆ। ਹੁਣ ਨਵਾਂ ਮੁੱਦਾ ਜਿਹੜਾ ਕਿਸਾਨੀ ਵਾਲਾ ਚੱਲ ਪਿਆ। ਨਹੀਂ, ਕੱਲ੍ਹ ਸਾਡੀ ਕੋਰ ਕਮੇਟੀ ਦੇ ਤੁਸੀਂ ਰੈਜੂਲੇਸ਼ਨ ਪੜ੍ਹੇ ਹੋਣੇ ਆ। ਕੱਲ੍ਹ ਅਸੀਂ ਕਮੇਟੀ ਬਣਾਈ ਹੈ, ਸਪੀਕਰ ਸਾਹਿਬ ਸਾਡੇ ਸਾਬਕਾ ਸਰਦਾਰ ਚਰਨਜੀਤ ਸਿੰਘ ਅਟਵਾਲ ਸਾਹਿਬ ਦੀ ਅਗਵਾਈ ਦੇ ਵਿੱਚ, ਦਲਿਤ ਆਗੂਆਂ ਦੀ, ਉਹਦੀ ਪੈਰਵਾਈ ਕਰਨ ਵਾਸਤੇ, ਔਰ ਕੰਮ ਅੱਜ ਤੋਂ ਹੀ ਅਸੀਂ ਸ਼ੁਰੂ ਕਰ ਦਿੱਤਾ। ਪਰ ਇਹ ਗੱਲ ਤੁਹਾਡੀ ਸਹੀ ਹੈ ਕਿ ਇਹ ਜਿਹੜੇ ਵੱਡੇ ਇਸ਼ੂ ਨੇ ਇਹ ਪਿੱਛੇ ਪੈ ਜਾਂਦੇ ਨੇ ਜਦੋਂ ਕੋਈ ਦੂਜਾ ਇਸ਼ੂ ਜਿਹੜਾ ਆ ਜਾਂਦਾ। ਔਰ ਸਾਡੀ ਕਾਂਗਰਸ ਦਾ ਅਤੇ ਇਹ ਖਾਸ ਤੌਰ 'ਤੇ ਮਕਸਦ ਹੈ ਮੁੱਖ ਮੰਤਰੀ ਸਾਹਿਬ ਦਾ, ਜਿਹਦੇ ਕਰਕੇ ਸਾਰਾ ਉਹ ਅੱਗੇ ਹੋ ਕੇ ਲੱਗੇ ਹੋਇਆ ਕਿ ਉਹਦੇ ਨਾਲ ਸਾਰੇ ਹੀ ਪਾਪ ਜਿਹੜੇ ਉਹਨਾਂ ਦੇ ਆ। ਹੁਣ ਕੋਈ ਜ਼ਹਿਰੀਲੀ ਸ਼ਰਾਬ ਵੀ ਭੁੱਲ ਗਏ, ਹੁਣ ਜਿਹੜੀ ਸ਼ਰਾਬ ਦੀ ਸਮਗਲਿੰਗ ਵੀ ਭੁੱਲ ਗਏ, ਹੁਣ ਘਰ ਘਰ ਜਿਹੜੀ ਸ਼ਰਾਬ ਦੀ ਕਰਫਿਊ 'ਚ ਡਿਲੀਵਰੀ ਹੋਈ ਉਹ ਵੀ ਭੁੱਲ ਗਏ, 56 ਕਰੋੜ ਦਾ ਜਿਹੜਾ ਰੈਵਨਿਊ ਲਾਸ ਹੋਇਆ ਸੀ ਉਹ ਵੀ ਭੁੱਲ ਗਏ, ਜਿਹੜੀ ਆ ਗੁੰਡਾ ਪਰਚੀ ਕਰਾਈ ਜਾ ਰਹੀ ਸੀ ਜਿਹਦੀ ਹਾਈ ਕੋਰਟ ਨੇ ਜਿਹੜੀ CBI ਦੀ ਜਾਂਚ ਕੀਤੀ ਉਹ ਵੀ ਭੁੱਲ ਗਏ। ਇਹ ਭੁੱਲੀ ਕਿਉਂ? ਕਿਉਂਕਿ ਕਾਂਗਰਸ ਨੇ ਨੂੰ ਸੂਟ ਕਰਦਾ
ਕਿ ਮੇਰੇ ਜਿਹੜੇ ਉੱਤੇ ਜਿਹੜੇ ਸਵਾਲ ਹੈ ਉਹ ਕਿਸੇ ਨਾ ਕਿਸੇ ਤਰੀਕੇ ਮੈਂ ਵੱਧ ਰੌਲਾ ਪਾ ਕੇ ਤੇ ਦੂਜੇ ਪਾਸੇ ਕਰ ਦਿਆਂ, ਜਦੋਂ ਕਿ ਆਪ ਇਹ ਕਿਸਾਨਾਂ ਦੇ 100% ਖਿਲਾਫ। ਅੱਜ ਤੱਕ ਇਹਨਾਂ ਨੇ ਕਿਸਾਨੀ ਦੇ ਭਲੇ ਦਾ ਕੋਈ ਕੰਮ ਨਹੀਂ ਕੀਤਾ। ਚੀਮਾ ਸਾਹਿਬ, ਬੀਜੇਪੀ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਕਿ ਇਹ ਕਿਸਾਨਾਂ ਦੇ ਲਈ ਜਿਹੜਾ ਬਿੱਲ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ। ਰੋਪੜ ਜ਼ਿਲ੍ਹੇ ਦੇ ਲੀਡਰਾਂ ਨੇ ਵੀ ਮੀਟਿੰਗ ਕੀਤੀ ਹੈ ਕੱਲ੍ਹ ਕਿ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹ ਰੈਲੀਆਂ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨਗੇ। ਕੀ ਫਿਰ ਜਿਹੜੀਆਂ ਸਿਆਸੀ ਪਾਰਟੀਆਂ ਇਸ ਬਿੱਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੀਆਂ, ਜਿਹੜੇ ਪ੍ਰਦਰਸ਼ਨ ਕਿਸਾਨ ਕਰ ਰਹੇ ਲਗਾਤਾਰ, ਕੀ ਉਹਨਾਂ ਨੂੰ ਸਮਝ ਨਹੀਂ ਹੈ ਕਿ ਕਮਲੇ ਆ ਉਹ ਜਿਹੜੇ ਬੀਜੇਪੀ ਜਿਹੜਾ ਕਹਿ ਰਹੇ ਕਿ ਇਹ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਬਿੱਲ ਦੀ? ਦੇਖੋ, ਗੱਲ ਇਹ ਹੈ ਕਿ ਜਿਹੜੀਆਂ ਪਾਰਟੀਆਂ ਸੱਤਾ ਦੇ ਵਿੱਚ ਹੈ ਨਾ, ਉਹਨਾਂ ਨੂੰ ਚਾਹੀਦਾ ਕਿ ਜ਼ਖਮਾਂ 'ਤੇ ਲੂਣ ਨਹੀਂ ਪਾਉਣਾ ਚਾਹੀਦਾ। ਜੇ ਕਿਸਾਨ ਜਿਹੜੇ ਹੈ ਨਹੀਂ ਮੰਨ ਰਹੇ ਤਾਂ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਗੱਲ ਸਮਝਣੀ ਚਾਹੀਦੀ। ਜੇ ਤੁਸੀਂ ਉਹਨਾਂ ਨੂੰ ਚੜਾਉਣ ਵਾਸਤੇ ਆਪ ਬਰਾਬਰ 'ਤੇ ਰੈਲੀਆਂ ਕੱਢੋਗੇ ਉਹਨਾਂ ਦੇ ਖਿਲਾਫ, ਤੇ ਉਹਦੇ ਨਾਲ ਸਮੱਸਿਆ ਹੱਲ ਨਹੀਂ ਹੋਣੀ, ਸਮੱਸਿਆ ਉਹਦੇ ਨਾਲ ਵਧੇਗੀ। ਸਾਨੂੰ ਪੰਜਾਬ ਦੀ ਅਮਨ ਸ਼ਾਂਤੀ ਦਾ ਫਿਕਰ ਹੋਣਾ ਚਾਹੀਦਾ, ਸਾਨੂੰ ਭਾਈਚਾਰਕ ਸਾਂਝ ਦਾ ਪੰਜਾਬ ਦਾ ਫਿਕਰ ਹੋਣਾ ਚਾਹੀਦਾ। ਬੜੀ ਮੁਸ਼ਕਿਲ ਦੇ ਨਾਲ ਬੜੀ ਵੱਡੀ ਜਿਹੜੀ ਜਦੋਜਹਿਦ ਤੋਂ ਬਾਅਦ ਇੱਥੇ ਅਮਨ ਸ਼ਾਂਤੀ ਕਾਇਮ ਹੋਈ ਹੈ। ਇਸ ਕਰਕੇ ਇਸ ਕੰਮ ਵਾਲੇ ਪਾਸੇ ਜਿਹੜੀਆਂ ਹਕੂਮਤਾਂ ਨੂੰ ਨਹੀਂ ਜਾਣਾ ਚਾਹੀਦਾ ਕਿ ਜੇ ਕੋਈ ਲੋਕੀ ਸੰਘਰਸ਼ ਕਰ ਰਿਹਾ ਆਪਣੇ ਹੱਕੀ ਮੰਗਾਂ ਵਾਸਤੇ, ਤੇ ਤੁਸੀਂ ਉਹਨਾਂ ਨੂੰ ਝੂਠੇ ਕਰਨ ਵਾਸਤੇ ਬਰਾਬਰ 'ਤੇ ਝੰਡੇ ਲੈ ਕੇ ਨਿਕਲੋ। ਤੁਹਾਨੂੰ ਸੱਤਾ ਦੇ ਵਿੱਚ ਲੋਕਾਂ ਨੇ ਚੁਣਿਆ ਇਸ ਕੰਮ ਵਾਸਤੇ ਕਿ ਹਲੀਮੀ ਨਾਲ ਗੱਲ ਸੁਣੋ, ਜੋ ਉਹਨਾਂ ਦੇ ਨਾਲ ਬੈਠੋ, ਉਹਨਾਂ ਨੂੰ ਬੁਲਾਓ, ਉਹਨਾਂ ਨਾਲ ਮੀਟਿੰਗਾਂ ਕਰੋ, ਉਹਨਾਂ ਦੀ ਗੱਲ ਸਮਝੋ, ਜੋ ਕਹਿੰਦੇ ਆ ਉਹਦੇ 'ਤੇ ਕੁਛ ਅਮਲ ਕਰੋ। ਇਹ ਚੈਲੰਜ ਕਰਨ ਵਾਲੀ ਗੱਲ ਹੋ ਜਾਂਦੀ ਜਦੋਂ ਅਸੀਂ ਕਹਿੰਦੇ ਕਿ ਅਸੀਂ ਵੀ ਕੱਢਾਂਗੇ ਬਰਾਬਰ ਤੇ ਦੂਜੇ ਕੱਢਾਂਗੇ। ਇਹ ਇਲੈਕਸ਼ਨ ਨਹੀਂ ਹੈਗੀ, ਤੁਸੀਂ ਰਾਜ ਭਾਗ 'ਚੋਂ, ਅਤੇ ਤੁਹਾਡੀ ਡਿਊਟੀ ਹੈ ਉਹਨਾਂ ਨੂੰ ਸੰਤੁਸ਼ਟ ਕਰਨਾ। ਕਿਵੇਂ ਕਰੋ? ਉਹਨਾਂ ਨਾਲ ਗੱਲਬਾਤ ਕਰਕੇ ਕਰੋ, ਤਬਦੀਲੀ ਕਰਕੇ ਕਾਨੂੰਨ 'ਚ ਕਰੋ, ਵਾਪਸ ਲੈ ਕੇ ਕਰੋ। ਇਹ ਉਹ ਬੈਠ ਕੇ ਜਦੋਂ ਜਿਹੜੀ ਧਿਰ ਨੂੰ ਇਹ ਚੀਜ਼ਾਂ ਅਫੈਕਟ ਕਰ ਰਹੀਆਂ ਉਹਦੇ ਨਾਲ ਬੈਠੋ। ਚੀਮਾ ਸਾਹਿਬ, ਇੱਕ ਕਿਸਾਨਾਂ ਵੱਲੋਂ ਹੁਣ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਰਿਲਾਇੰਸ ਦੇ ਪੰਪਾਂ ਦੀ ਰਿਲਾਇੰਸ ਦੇ ਵਪਾਰਕ ਅਦਾਰੇ ਜਿਹੜੇ ਵੀ ਆ ਮੁੱਲ ਉਹਨਾਂ ਦਾ ਘਿਰਾਓ ਕੀਤਾ ਜਾ ਰਿਹਾ। ਕਿਸਾਨਾਂ ਦਾ ਕਹਿਣਾ ਕਿ ਅਸੀਂ ਜਿਹੜੇ ਪਹਿਲਾਂ ਸੰਘਰਸ਼ ਕੀਤੇ ਆ ਮੋਦੀ ਸਰਕਾਰ ਉਹ ਤੋਂ ਜਿਹੜਾ ਹੈਗਾ ਟਸ ਤੋਂ ਮਸ ਨਹੀਂ ਹੋਈ। ਉਹ ਕਹਿੰਦਾ ਕਿ ਜਿਵੇਂ ਰਾਜੇ ਦੀ ਜਾਨ ਇੱਕ ਤੋਤੇ ਸੀ, ਐਵੇਂ ਮੋਦੀ ਦੀ ਜਾਨ ਜਿਹੜੀ ਹੈਗੀ ਆ ਅਡਾਨੀਆਂ ਵਾਨੀਆਂ ਦੇ ਵਿੱਚ ਆ। ਇਸ ਕਰਕੇ ਅਸੀਂ ਉਹਨਾਂ ਦੇ ਵਪਾਰਕ ਅਦਾਰਿਆਂ ਦਾ ਘਿਰਾਓ ਕਰ ਰਹੇ ਤਾਂ ਕਿ ਮੋਦੀ ਸਰਕਾਰ ਨੂੰ ਪਤਾ ਚੱਲ ਸਕੇ ਕਿ ਕਿਸਾਨ ਜਦੋਂ ਪੁਰਾਣੇ ਕੰਮਕਾਰ ਨਹੀਂ ਚੱਲਣ ਦੇ ਸਕਦੇ ਤਾਂ ਨਵੇਂ ਕਿਵੇਂ ਲਾਗੂ ਕਰ ਸਕਦੀ ਹੈ। ਤੁਸੀਂ ਕਿਵੇਂ ਦੇਖਦੇ ਹੋ ਕਿਸਾਨਾਂ ਦੀ ਸੋਚ ਨੂੰ? ਮੈਂ ਸਮਝਦਾ ਕਿ ਉਹਨਾਂ ਦੀਆਂ ਜਥੇਬੰਦੀਆਂ ਜਿਹੜੀਆਂ ਪ੍ਰੋਗਰਾਮ ਦੇ ਰਹੀਆਂ ਬੜੇ ਮੈਚੁਰ ਬੰਦੇ, ਉਹ ਆਪਣੇ ਆਪ ਜਿਨ੍ਹਾਂ ਨੂੰ ਬਿਜ਼ਨਸ ਇਫੈਕਟ ਹੋ ਰਿਹਾ ਉਹ ਵੀ ਲੋਕੀ ਉਹਨਾਂ ਨੂੰ ਮਿਲੇ ਆ। ਕੱਲ੍ਹ ਮੈਂ ਦੇਖਿਆ ਸੀ ਪੈਟਰੋਲ ਪੰਪ ਡੀਲਰਸ ਵੀ ਉਹਨਾਂ ਨੂੰ ਮਿਲੇ ਆ, ਔਰ ਇਹ ਜਥੇਬੰਦੀਆਂ ਵਾਲੇ ਵੀ ਪੁਰਾਣੇ ਸੰਘਰਸ਼ ਕਰਦੇ ਰਹੇ, ਸਿਆਣੇ ਆ। ਬੈਠ ਕੇ ਆਪੋ 'ਚ ਮੇਰਾ ਖਿਆਲ ਹੈ ਜਿਹੜੀ ਉਹਨਾਂ ਦੀ ਚੱਲੀ ਹੈ ਗੱਲਬਾਤ, ਕੋਈ ਨਾ ਕੋਈ ਮਸਲਾ ਆਪੋ 'ਚ ਬੈਠ ਕੇ ਹੱਲ ਕਰ ਲੈਣਗੇ। ਕੋਈ ਅਸਲੀ ਫੋਕਸ ਤਾਂ ਇਹ ਹੈ ਕਿ ਕਿਸਾਨੀ ਨੂੰ ਇਨਸਾਫ ਮਿਲਣਾ ਚਾਹੀਦਾ। ਉਹਦੇ ਵਾਸਤੇ ਮੈਂ ਸਮਝਦਾ ਕਿ ਸਾਰਿਆਂ ਨੂੰ ਰਲ ਕੇ ਕਿਸਾਨ ਦਾ ਸਾਥ ਦੇਣਾ ਵੀ ਚਾਹੀਦਾ, ਕਿਉਂਕਿ ਕਿਸਾਨ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਦੇਸ਼ ਨੂੰ ਅਨਾਜ ਸੁਰੱਖਿਆ ਦੇ ਮਾਮਲੇ ਦੇ ਵਿੱਚ ਪੈਰਾਂ 'ਤੇ ਖੜ੍ਹਾ ਕਰਨਾ ਕੋਈ ਛੋਟੀ ਜਿਹੀ ਕੁਰਬਾਨੀ ਨਹੀਂ ਆ, ਬੜਾ ਵੱਡਾ ਉਹਦਾ ਯੋਗਦਾਨ ਹੈ। ਇਸ ਕਰਕੇ ਸਾਰਿਆਂ ਨੂੰ ਕਿਸਾਨ ਦੇ ਨਾਲ ਲੱਗਣਾ ਚਾਹੀਦਾ ਔਰ ਸ਼ਾਂਤਮਈ ਤਰੀਕੇ ਦੇ ਨਾਲ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੇ ਹੱਕ ਸਾਨੂੰ ਮਨਾਉਣੇ ਚਾਹੀਦੇ ਆ। ਅਤੇ ਮੇਰੇ ਖਿਆਲ ਹੈ ਵੀ ਉਹਨਾਂ ਦੀਆਂ ਜਥੇਬੰਦੀਆਂ ਸਿਆਣੀਆਂ ਨੇ, ਜੋ ਕੋਈ ਠੀਕ ਲੱਗੇਗਾ ਉਹ ਕਰ ਲੈਣਗੇ। ਚੀਮਾ ਸਾਹਿਬ, ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਇੱਥੇ ਰਾਜ ਸਭਾ ਮੈਂਬਰ ਆਏ ਸੀਗੇ, ਜਿਹੜੇ ਪਹਿਲਾਂ ਹਿੱਸਾ ਸੀ ਅਕਾਲੀ ਦਲ ਦਾ, ਹੁਣ ਆਪਣੀ ਵੱਖਰੀ ਉਹਨਾਂ ਨੇ ਪਾਰਟੀ ਬਣਾਈ ਆ ਅਤੇ ਉਹਨਾਂ ਨੇ ਆਪਣੀ ਜਿਹੜੀ ਹੈਗੀ ਆਪਣੀ ਮੁਹਿੰਮ ਵੀ ਸ਼ੁਰੂ ਕੀ ਆ ਮੈਂਬਰ ਬਣਾਉਣ ਦੀ। ਉਹਨਾਂ ਨੇ ਕਾਫੀ ਕੁਛ ਅਕਾਲੀ ਦਲ ਦੇ ਕਾਫੀ ਖਿਲਾਫ ਬੋਲੇ ਅਤੇ ਤੁਹਾਡੇ ਖਿਲਾਫ ਵੀ ਬੋਲੇ। ਕਹਿੰਦੇ ਅਗਰ ਡਾਕਟਰ ਦਲਜੀਤ ਸਿੰਘ ਚੀਮਾ ਆਪਣੀ ਜ਼ਮਾਨਤ ਬਚਾ ਜਾਣ 2022 ਦੇ ਵਿੱਚ ਤਾਂ ਮੈਂ ਅਸਤੀਫਾ ਦੇ ਦਾਂਗਾ। ਇੰਨੇ ਵੱਡੇ ਚੈਲੰਜ ਕਰਕੇ ਗਏ ਆ, ਕਿਵੇਂ ਦੇਖਦੇ ਉਹਨਾਂ ਨੂੰ ਤੁਸੀਂ? ਚਲੋ ਗੱਲ ਇਹ ਹੈ ਕਿ ਰਾਜਨੀਤੀ 'ਚ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਤੁਸੀਂ ਮੌਕੇ 'ਤੇ ਸੀ ਜਿਸ ਤਰ੍ਹਾਂ ਦਾ ਹੁੰਗਾਰਾ ਉਹਨਾਂ ਨੂੰ ਰੋਪੜ ਦੇ ਵਿੱਚ ਮਿਲਿਆ, ਅਤੇ ਇਸ ਬੁਖਲਾਹਟ ਦੇ ਵਿੱਚ ਇਹੋ ਜਿਹੇ ਸ਼ਬਦ ਨਿਕਲ ਜਾਣੇ ਕੁਦਰਤੀ ਹੁੰਦੇ, ਕਿਉਂਕਿ ਕਿੱਥੋਂ ਚੱਲੇ ਸੀਗੇ ਅਤੇ ਢਾਬਿਆਂ 'ਤੇ ਪਹੁੰਚ ਗਏ। ਠੀਕ ਹੈ ਨਾ? ਅਤੇ ਹੁਣ ਇਹਦੋਂ ਉੱਤੇ ਹੁਣ ਥੱਲੇ ਜਾਣਾ ਵੀ ਕਿੱਥੇ ਆ? ਹੁਣ ਇਸ ਹਾਲਤ ਦੇ ਵਿੱਚ ਬੰਦਾ ਜੇ ਚਾਰ ਲਫ਼ਜ਼ ਮਾੜੇ ਬੋਲ ਦੇਵੇ ਅਤੇ ਉਹਨੂੰ ਹੌਸਲਾ ਹੀ ਦੇਣਾ ਚਾਹੀਦਾ ਵੀ ਕੋਈ ਨਹੀਂ, ਠੀਕ ਠਾਕ ਰਹਿਣ। ਅਸੀਂ ਤਾਂ ਅਰਦਾਸ ਕਰਦੇ ਹਾਂ ਕਿ ਚੜ੍ਹਦੀ ਕਲਾ ਰਹੇ, ਉਹਨਾਂ ਦੀ ਸਿਹਤ ਠੀਕ ਰਹੇ। ਸਾਨੂੰ ਗਾਲਾਂ ਕੱਢਦੇ ਰਹਿਣ, ਪਰ ਉਹਨਾਂ ਦਾ ਸੱਤਿਆਨਾਸ਼ ਹੋ ਗਿਆ। ਹੁਣ ਅਸੀਂ ਕੀ ਕਰ ਸਕਦੇ? ਆਪ ਉਹਨਾਂ ਨੇ ਆਪਣੇ ਪੈਰਾਂ ਦੇ ਵਿੱਚ ਕੁਹਾੜਾ ਮਾਰਿਆ। ਇਸ ਕਰਕੇ ਇਹ ਬੁਖਲਾਹਟ ਦੀ ਭਾਸ਼ਾ ਹੁੰਦੀ ਹੈ। ਕੋਈ ਗੱਲ ਨਹੀਂ, ਜੇ ਕਹਿ ਦਿੱਤਾ ਤਾਂ ਵੱਡੇ ਆ ਮੇਰੇ ਤੋਂ, ਹੁਣ ਮੈਂ ਕੀ ਉੱਥੇ ਬਰਾਬਰ 'ਤੇ ਉਹਨਾਂ ਨੂੰ ਕਹਾਂ? ਪਰ ਇਹ ਚੀਜ਼ ਨਜ਼ਰ ਆਉਂਦੀ। ਤੁਸੀਂ ਵੀ ਉੱਥੇ ਦੇਖਿਆ ਉੱਥੇ ਕੀ ਸੀਗਾ, ਜਿਨ੍ਹਾਂ ਨੂੰ ਸ਼ਾਮਲ ਕਰਾਇਆ ਉਹ ਸ਼ਖਸੀਅਤਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਤੁਸੀਂ ਇੱਥੇ ਦੇ ਲੋਕਲ ਪੱਤਰਕਾਰ ਹੋ। ਇਸ ਕਰਕੇ ਜਦੋਂ ਇਹੋ ਜਿਹੇ ਥਾਵਾਂ ਦੇ ਉੱਤੇ ਜਾਣਾ ਪਊਗਾ ਅਤੇ ਫਿਰ ਕੁਦਰਤੀ ਗੱਲ ਹੈ, ਫਿਰ ਉੱਥੇ ਦੇਖ ਕੇ ਮਾਹੌਲ ਦੇ ਵਿੱਚ ਬੰਦਾ ਇਰੀਟੇਟ ਤਾਂ ਹੁੰਦਾ ਹੀ ਹੈ।
ਮਨ ਵੀ ਦੁਖੀ ਹੋਇਆ ਹੋਊਗਾ ਉਹਨਾਂ ਦਾ ਵੀ ਕਿੱਥੇ ਲਿਆ ਕੇ ਬਹਾਤਾ ਤੇ ਕੀ ਮੇਰਾ ਹਾਲ ਬਣ ਗਿਆ। ਤੇ ਨੈਚੁਰਲੀ ਇਹਦੇ 'ਚ ਇਹੋ ਜਿਹੀ ਗੱਲ ਨਿਕਲ ਜਾਂਦੀ ਹੈ, ਕੋਈ ਗੱਲ ਨਹੀਂ। ਚੀਮਾ ਸਾਹਿਬ ਇੱਕ ਗੱਲ ਦੇਖੀ ਸੀ, ਜਿਹੜੇ ਲੀਡਰ ਪਾਰਟੀਆਂ ਦੇ ਵਿੱਚ ਕੁਰਸੀਆਂ ਦਾ ਆਨੰਦ ਮਾਣਦੇ ਆ, ਬੜੇ ਬੜੇ ਅਹੁਦੇ ਲੈ ਕੇ ਮਾਣਦੇ ਆ, ਇੱਕਦਮ ਪਾਰਟੀ ਛੱਡ ਕੇ ਫਿਰ ਦੂਜੀ ਵਾਰੀ ਉਹ ਪਾਰਟੀ ਦੇ ਖਿਲਾਫ ਬੋਲਣ ਲੱਗ ਜਾਂਦੇ ਆ ਕਿ ਉਹ ਪਾਰਟੀ ਕਿਵੇਂ ਜਿਹੜੀ ਹੈਗੀ ਆ ਮਾੜੀ ਹੋ ਜਾਂਦੀ ਹੈ, ਜਿਹੜੀ ਪਾਰਟੀ 'ਚ ਉਹਨਾਂ ਨੇ ਸਾਰੀ ਉਮਰ ਆਨੰਦ ਮਾਣਦੇ, ਕੁਰਸੀਆਂ ਦਾ ਬੜੇ ਬੜੇ ਅਹੁਦੇ ਲੈਂਦੇ ਆ। ਦੇਖੋ ਇਹ ਤੁਸੀਂ ਢੀਂਡਸਾ ਸਾਹਿਬ ਨੂੰ ਪੁੱਛਣਾ ਸੀ, ਇਹ ਤਾਂ ਬੈਟਰ ਜਵਾਬ ਉਹਨਾਂ ਦੇ ਬਣਦਾ, ਸਵਾਲ ਵੀ ਉਹਨਾਂ ਨੂੰ ਬਣਦਾ, ਉਹੀ ਜਵਾਬ ਦੇਣ ਤਾਂ ਚੰਗੀ ਗੱਲ ਹੈ। ਮੈਂ ਤਾਂ ਇਸੇ ਕਰਕੇ ਹੁਣ ਵੀ ਗੁਰੇਜ਼ ਕੀਤਾ ਕੁਝ ਕਹਿਣ ਤੋਂ ਵੀ ਸਾਰੀ ਉਮਰ ਕੀ ਨਹੀਂ ਦਿੱਤਾ ਪਾਰਟੀ ਨੇ। ਅੱਜ ਦੀ ਤਰੀਕ 'ਚ ਵੀ ਤੁਸੀਂ ਰਾਜ ਸਭਾ ਦੇ ਮੈਂਬਰ ਹੋ ਤਾਂ ਪਾਰਟੀ ਕਰਕੇ, ਤੁਹਾਡਾ ਬੇਟਾ MLA ਹੈ ਅਤੇ ਪਾਰਟੀ ਕਰਕੇ। ਇਸ ਕਰਕੇ ਇਹ ਚੀਜ਼ਾਂ ਉਹਨਾਂ ਨੂੰ ਯਾਦ ਰੱਖਣੀਆਂ ਚਾਹੀਦੀਆਂ। ਪਾਰਟੀਆਂ ਤਾਂ ਬੜਾ ਕੁਝ ਦਿੰਦੀਆਂ ਨੇ, ਪਰ ਜੇ ਤੁਸੀਂ ਪਾਰਟੀ ਦੇ ਨਾਲ ਨਾ ਠੀਕ ਤਰ੍ਹਾਂ ਬਿਹੇਵ ਕਰੋ, ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ। ਇੱਕ ਸਵਾਲ ਕੀਤਾ ਸੀ ਉਹਨਾਂ ਨੂੰ ਕਿ ਅਕਾਲੀ ਦਲ ਨੇ ਜਿਹਦੇ ਬੀਬੀ ਹਰਸਿਮਰਤ ਕੌਰ ਵੱਲੋਂ ਅਸਤੀਫਾ ਦਿੱਤਾ ਗਿਆ ਆਪਣੇ ਅਹੁਦੇ ਤੋਂ ਕਿਸਾਨਾਂ ਦੇ ਲਈ, ਉਹਨਾਂ ਨੂੰ ਪੁੱਛਿਆ ਜੀ ਕਿ ਤੁਸੀਂ ਰਾਜ ਸਭਾ ਮੈਂਬਰ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ, ਤੁਸੀਂ ਕਹਿੰਦੇ ਕਿਸਾਨਾਂ ਦੇ ਨਾਲ ਖੜੇ ਹੋ। ਉਹ ਕਹਿੰਦੇ ਵੀ ਸਾਨੂੰ ਅਕਾਲੀ ਦਲ ਮੈਨੂੰ ਦੁਬਾਰਾ ਜਿਤਾ ਦੇਣ, ਮੈਂ ਦੇ ਦਿੰਦਾ ਅਸਤੀਫਾ। ਇਹ ਗੱਲ ਕੀਤੀ ਹੈ, ਕਹਿੰਦੇ ਮੈਂ ਕਾਂਗਰਸ ਵਾਸਤੇ ਕਿਉਂ ਛੱਡਾਂ ਸੀਟ। ਦੇਖੋ ਗੱਲ ਇਹ ਹੈ, ਇਹ ਚੀਜ਼ਾਂ ਐਥਿਕਸ ਨਾਲ ਜੁੜੀਆਂ ਹੁੰਦੀਆਂ ਨੇ ਕਿ ਆਪਣੇ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਫੈਸਲੇ ਲੈਣੇ ਹੁੰਦੇ। ਜਿਸ ਪਾਰਟੀ ਨੇ ਤੁਹਾਨੂੰ ਰਾਜ ਸਭਾ ਦਾ ਮੈਂਬਰ ਬਣਾਇਆ, ਜਦੋਂ ਉਸ ਪਾਰਟੀ ਦੇ ਨਾਲ ਤੁਸੀਂ ਸਹਿਮਤ ਨਹੀਂ ਹੈ ਤਾਂ ਤੁਸੀਂ ਰਾਜ ਸਭਾ ਕਿਉਂ ਰੱਖੀ ਫਿਰਦੇ ਹੋ। ਇਸ ਕਰਕੇ ਇਹ ਤਾਂ ਉਹਨਾਂ ਦਾ ਆਪਣਾ ਸੋਚਣਾ ਬਣਦਾ ਸੀ। ਜਿੱਦਾਂ ਮਰਜ਼ੀ ਵਾਲ ਪਾ ਕੇ ਕਹੀ ਜਾਂ ਦੁਨੀਆ ਸਮਝਦੀ ਹੈ ਕਿ ਨਾ ਇਹ ਤਾਂ ਚਲੋ ਕਹਿੰਦੇ ਆ ਕਿ ਕਾਂਗਰਸ ਨੂੰ ਚਲੇ ਜਾਣੀ ਸੀ, ਅਤੇ ਜਿਹੜੀ MLA-ਸ਼ਿਪ ਹੈ ਮੁੰਡੇ ਵਾਲੀ ਉਹ ਕਿਹਨੂੰ ਚਲੇ ਜਾਣੀ ਸੀ। ਇਹਦਾ ਮਤਲਬ ਉੱਥੇ ਪਹਿਲੇ ਹਾਰ ਮੰਨੀ ਬੈਠੇ, ਉਹ ਤਾਂ ਅਸਤੀਫਾ ਦੇ ਕੇ ਦੁਬਾਰਾ ਜਿੱਤ ਲਓ। ਢੀਂਡਸਾ ਸਾਹਿਬ ਕਹਿੰਦੇ ਮੈਂ ਦੁਬਾਰਾ ਇਲੈਕਸ਼ਨ ਨਹੀਂ ਲੜਨਾ, ਮੈਂ ਜਿਹੜਾ ਹੈਗਾ ਬਿਲਕੁਲ ਨਿਰਪੱਖ ਜਿਹੜੀ ਨਿਸਵਾਰਥ ਸੇਵਾ ਕਰ ਰਿਹਾ ਪਾਰਟੀ ਦੇ ਵਿੱਚ, ਮੈਂ ਅੱਜ ਤੋਂ ਬਾਅਦ ਕਦੇ ਇਲੈਕਸ਼ਨ ਨਹੀਂ ਲੜਨਾ। ਚੰਗੀ ਗੱਲ ਹੈ, ਵੈਸੇ ਉਹਨਾਂ ਦਾ ਫੈਸਲਾ ਚੰਗਾ, ਕਿਉਂਕਿ ਹੋਰ ਲੜ ਕੇ ਅਤੇ ਇਦੋਂ ਜਿਹੜਾ ਨੁਕਸਾਨ ਕਰਾਉਣ ਵਾਲੀ ਗੱਲ ਹੈ। ਬਿਲਕੁਲ ਠੀਕ ਹੈ, ਅੱਛੀ ਗੱਲ ਹੈ। ਮੈਂ ਉਹਨਾਂ ਦੀ ਸਮਝਦਾ ਕਿ ਉਹਨਾਂ ਨੂੰ ਭਵਿੱਖ ਜਿਹੜਾ ਉਹ ਸਹੀ ਆਪਣਾ ਜਿਹੜਾ ਉਹਨਾਂ ਸੋਚਿਆ। ਹੁਣ ਵੀ ਮੈਂ ਸਮਝਦਾ ਕਿ ਹਾਲੇ ਵੀ ਉਹਨਾਂ ਨੂੰ ਬਹਿ ਜਾਣਾ ਚਾਹੀਦਾ। ਚੀਮਾ ਸਾਹਿਬ ਤੁਸੀਂ ਵੀ ਸਰਕਾਰ ਦਾ ਹਿੱਸਾ ਰਹੇ ਹੋ, ਸਰਕਾਰ ਚਲਾਈ ਹੈ, ਕਿਵੇਂ ਦੇਖਦੇ ਹੋ ਜਿਹੜੇ ਸੰਘਰਸ਼ ਸ਼ੁਰੂ ਕੀਤੇ ਗਏ ਆ ਖੇਤੀ ਬਿੱਲਾਂ ਦੇ ਖਿਲਾਫ? ਕੀ ਲੱਗਦਾ ਇਹਦੇ ਵਿੱਚ ਜਿਹੜੀ ਹੈਗੀ ਆ ਜਿੱਤ ਹੋਊਗੀ ਕਿਸਾਨਾਂ ਦੀ, ਜਾਂ ਹੋਰ ਕਿਹੜੇ ਕਿਹੜੇ ਜਿਹੜੇ ਅੱਗੇ ਰਸਤੇ ਹੈਗੇ, ਅੱਗੇ ਵਿਕਲਪ ਹੈਗੇ ਆ ਜਿਹਦੇ 'ਚ ਕਿਸਾਨਾਂ ਨੂੰ ਜਿਹੜਾ ਹੈਗਾ ਇੱਕ ਬਿੱਲ ਤੋਂ ਜਿਹੜੀ ਹੈਗੀ ਕਿ ਰਾਹਤ ਮਿਲ ਸਕੇ, ਜਿਹੜਾ ਕਿਸਾਨ ਵਿਰੋਧੀ ਬਿੱਲ ਦੱਸਿਆ ਜਾ ਰਿਹਾ? ਦੇਖੋ ਲੋਕ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ। ਲੋਕੀ ਸਰਕਾਰਾਂ ਬਣਾਉਂਦੇ ਆ ਅਤੇ ਸਰਕਾਰਾਂ ਕਾਨੂੰਨ ਬਣਾਉਂਦੀਆਂ, ਇਸ ਕਰਕੇ ਲੋਕਾਂ ਦੀ ਸ਼ਕਤੀ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈ। ਜੋ ਅਸੀਂ ਕਰ ਸਕਦੇ ਹਾਂ ਉਹਨਾਂ ਦੇ ਹੱਕ ਦੇ ਵਿੱਚ ਐਡੇ ਵੱਡੇ 3 ਤਖ਼ਤਾਂ 'ਚੋਂ ਮਾਰਚ ਕੱਢਿਆ, ਸਾਰੇ ਦੇਸ਼ ਨੂੰ ਪਤਾ ਲੱਗਿਆ ਕਿ ਜਿਹੜੀ ਹੈ ਕਿਸਾਨੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਖੜਾ। ਇਸ ਕਰਕੇ ਇਹੀ ਸ਼ਕਤੀ ਹੋਰ ਇਕੱਤਰ ਕਰਨ ਦੀ ਲੋੜ ਹੈ। ਇਹੀ ਅਸੀਂ ਨੈਸ਼ਨਲ ਲੈਵਲ 'ਤੇ ਕਰ ਰਹੇ ਹਾਂ ਕਿ ਖੇਤਰੀ ਪਾਰਟੀਆਂ ਨੂੰ ਇਕੱਠੇ ਕਰਕੇ ਅਤੇ ਇੱਕ ਪਲੇਟਫਾਰਮ 'ਤੇ ਲਿਆਂਦਾ ਜਾਵੇ, ਫਿਰ ਸਾਰੇ ਮਸਲੇ ਜਿਹੜੇ ਆ ਤਾਂ ਹੀ ਹੱਲ ਸਾਡੇ ਹੋ ਸਕਦੇ। ਇਸ ਕਰਕੇ ਜੋ ਕੁਝ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਉਹ ਅਸੀਂ ਆਪਣਾ ਸ਼ੁਰੂ ਕੀਤਾ ਹੋਇਆ, ਔਰ ਪਰਮਾਤਮਾ ਕਰੇਗਾ, ਅੱਜ ਨਹੀਂ ਕੱਲ੍ਹ ਨਹੀਂ ਇਹਨੂੰ ਸਫਲਤਾ ਵੀ ਮਿਲੇਗੀ। ਇੱਕ ਖੁਦ ਕਾਂਗਰਸ ਵੱਲੋਂ ਵੀ ਕਿਸਾਨ ਮਾਰਚ ਕੀਤੇ ਜਾ ਰਹੇ, ਉਹਨਾਂ ਦਾ ਕਹਿਣਾ ਜਦੋਂ ਅਕਾਲੀ ਦਲ ਕਰਦਾ ਤਾਂ ਉਹ ਅਕਾਲੀ ਦਲ ਨੂੰ ਕਹਿੰਦੇ ਕਿ ਸਿਆਸੀ ਰੋਟੀਆਂ ਸੇਕਦੇ ਆ, ਇਹਨਾਂ ਨੂੰ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ, ਅਤੇ ਉਲਟਾ ਜਦੋਂ ਆਪ ਵੀ ਰੈਲੀਆਂ ਕਰਦੇ ਆ ਅਤੇ ਉਦੋਂ ਉਹਨਾਂ 'ਤੇ ਇਲਜ਼ਾਮ ਲੱਗਦੇ ਆ। ਇਹ ਕਿਵੇਂ ਦੇਖਦੇ ਹੋ? ਦੇਖੋ ਕਿਸਾਨ ਜਥੇਬੰਦੀਆਂ ਨਹੀਂ ਕਹਿੰਦੀਆਂ, ਨਹੀਂ ਮੈਂ ਕਾਂਗਰਸ ਦੀ ਗੱਲ, ਜਿਹੜੇ ਕਹਿੰਦੇ ਆ ਉਦੋਂ ਆਮ ਆਦਮੀ ਪਾਰਟੀ ਵਾਲੇ ਅਤੇ ਕਾਂਗਰਸ ਵਾਲੇ ਕਹਿੰਦੇ ਆ। ਇਹਨਾਂ ਦਾ ਹੀ ਇਹ ਪ੍ਰਚਾਰ ਕੀਤਾ ਹੋਇਆ। ਕਿਸਾਨ ਜਥੇਬੰਦੀ ਕੋਈ ਇਸ ਤਰ੍ਹਾਂ ਦੀ ਨੈਗੇਟਿਵ ਗੱਲ ਨਹੀਂ ਕਰਦੀ। ਇਸ ਕਰਕੇ ਜਦੋਂ ਕਹਿੰਦੇ ਹੀ ਇਹ ਹੈ ਅਤੇ ਫਿਰ ਜਦੋਂ ਆਪ ਕਰਦੇ ਆ ਇਹਨਾਂ ਨੂੰ ਕਿਹਨੇ ਕਹਿਣਾ? ਜੇ ਤਾਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਹੁਣ ਤਾਂ ਇਹਨਾਂ ਨੂੰ ਵੀ ਕਹਿਣ। ਕਹਿੰਦੇ ਸਿਰਫ ਸਾਨੂੰ ਹੈ, ਕਿਉਂਕਿ ਜਿਹੜੀ ਹੈ ਸ਼ਕਤੀ ਤੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਨੂੰ ਦੇਖਦੇ ਆ ਅਤੇ ਫਿਰ ਦੋਨਾਂ ਨੂੰ ਘਬਰਾਹਟ ਆਉਂਦੀ ਹੈ। ਇਹ ਤਾਂ ਵੀ ਟੀਮਾਂ ਦੋਨੇ ਇਕੱਠੀਆਂ ਹੋਈਆਂ ਫਿਰਦੀਆਂ, ਪਰ ਜਦੋਂ ਅਕਾਲੀ ਦਲ ਬਾਹਰ ਨਿਕਲਦਾ ਇਕੱਲਾ ਹੀ ਅਤੇ ਦੋਨਾਂ ਦੀ ਲੱਤਾਂ ਜਿਹੜੀਆਂ ਨੇ ਉਸ ਵੇਲੇ ਫਿਰ ਕੰਬਣ ਲੱਗ ਜਾਂਦੀਆਂ। ਇਸ ਕਰਕੇ ਪ੍ਰਚਾਰ ਇਹਨਾਂ ਦਾ ਹੁੰਦਾ, ਕਿਸਾਨ ਜਥੇਬੰਦੀਆਂ ਦਾ ਨਹੀਂ ਹੁੰਦਾ। ਚੀਮਾ ਸਾਹਿਬ ਆਖਰੀ ਸਵਾਲ, ਅਕਾਲੀ ਦਲ ਵੱਲੋਂ ਇਸ ਮੁੱਦੇ ਨੂੰ ਲੈ ਕੇ ਕੋਈ ਕਾਨੂੰਨੀ ਲੜਾਈ ਵੀ ਲੜਨ ਜਾ ਰਿਹਾ, ਅੱਗੇ ਭਵਿੱਖ ਦੇ ਵਿੱਚ ਚੁਣੌਤੀ ਦੇਣ ਜਾ ਰਿਹਾ ਇਸ ਕਾਨੂੰਨ ਨੂੰ? ਦੇਖੋ ਹਾਲੇ ਇਹਦੇ 'ਤੇ ਵਿਚਾਰ ਕਰਾਂਗੇ, ਲੀਗਲ ਜਿਹੜੇ ਐਕਸਪਰਟਸ ਆ, ਕੋਈ ਫਾਈਨਲ ਹਾਲੇ ਇਹਦੇ 'ਤੇ ਨਹੀਂ ਹੋਇਆ। ਕੱਲ੍ਹ ਅਸੀਂ ਕਮੇਟੀ ਬਣਾਈ ਹੈ, ਇਹਨਾਂ ਕੰਮਾਂ ਵਾਸਤੇ ਬਣਾਈ ਹੈ ਕਿ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿਵੇਂ ਇਸ ਸਟਰਗਲ ਨੂੰ ਅੱਗੇ ਲੈ ਕੇ ਜਾਣਾ, ਉਹ ਜਿਵੇਂ ਜਿਵੇਂ ਵਿਚਾਰ ਆਉਣਗੇ ਸਾਰਿਆਂ ਦੇ ਲੈ ਕੇ
ਜੋ ਕਿਸਾਨੀ ਵਾਸਤੇ ਬੈਸਟ ਹੋਇਆ ਸਮੇਂ ਦੇ ਮੁਤਾਬਕ ਉਹ ਫੈਸਲਾ ਫਿਰ ਲਿਆ ਜਾਏਗਾ। ਹਾਲੇ ਅੱਜ ਇਹਦੇ 'ਤੇ ਕੁਝ ਕਹਿਣਾ ਮੁਸ਼ਕਿਲ ਹੈ। ਤੇ ਆਉਣ ਵਾਲੇ ਦਿਨਾਂ ਵਿੱਚ ਕਿੱਦਾਂ ਦਾ ਸੰਘਰਸ਼ ਦੇਖਣ ਨੂੰ ਮਿਲੇਗਾ ਅਕਾਲੀ ਦਲ ਦਾ ਇਸ ਜਿਹੜਾ ਕਿਸਾਨਾਂ ਦੇ ਨਾਲ? ਦੇਖੋ, ਸਾਡਾ ਤਾਂ ਸੰਘਰਸ਼ ਪੀਸਫੁਲ ਸੰਘਰਸ਼ ਹਮੇਸ਼ਾ ਹੀ ਜਿਹੜਾ ਹੈਗਾ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਪਬਲਿਕ ਤੱਕ ਪਹਿਲਾਂ ਹੀ ਆਲਰੇਡੀ ਇੱਕ ਵਾਰੀ ਸਾਰੇ ਪੰਜਾਬ 'ਚ ਅਸੀਂ ਪੂਰੀ ਜਨਤਾ ਨੂੰ ਲਾਮਬੰਦ ਕਰ ਦਿੱਤਾ। ਹੁਣ ਅੱਗੋਂ ਫੇਰ ਜਿਹੜੀ ਹੈਗੀ ਆ ਅਗਲੇ ਸਿਰੇ 'ਤੇ ਲੋਕਾਂ ਨੂੰ ਐਜੂਕੇਟ ਕਰਨਾ ਇਸ ਬਿੱਲਾਂ ਬਾਰੇ, ਇਹਦੇ ਨੁਕਸਾਨ ਬਾਰੇ ਹੇਠਾਂ ਤੱਕ ਲਗਾਤਾਰ, ਕਿਉਂਕਿ ਹੁਣ ਵਾਢੀ ਦਾ ਵਿੱਚ ਸੀਜ਼ਨ ਆ ਗਿਆ, ਇਸ ਕਰਕੇ ਸਾਰਾ ਕਿਸਾਨ, ਖੇਤ ਮਜ਼ਦੂਰ, ਆੜ੍ਹਤੀਆ, ਪੱਲੇਦਾਰ ਸਾਰੇ ਹੀ ਇਸ ਕੰਮ 'ਚ ਹਾਲੇ ਮਸ਼ਰੂਫ ਨੇ। ਪਰ ਸਾਡੀ ਕੋਸ਼ਿਸ਼ ਹੈ ਕਿ ਨਾਲ ਨਾਲ ਹੌਲੀ ਹੌਲੀ ਪਿੰਡ ਪੱਧਰ ਦੇ ਉੱਤੇ ਇਸ ਜਿਹੜੀ ਹੈ ਸਾਰੀ ਗੱਲ ਨੂੰ ਪਹੁੰਚਾ ਕੇ ਲੋਕਾਂ ਨੂੰ ਲਾਮਬੰਦ ਕਰਨਾ, ਉਹ ਲਾਮਬੰਦੀ ਦਾ ਕੰਮ ਚੱਲਦਾ ਰਹੇਗਾ। ਸੋ ਇਹ ਸਨ ਡਾਕਟਰ ਦਲਜੀਤ ਸਿੰਘ ਚੀਮਾ, ਜਿਨ੍ਹਾਂ ਨੇ ਦੱਸਿਆ ਅਗਲੀ ਰਣਨੀਤੀ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਇਹਨਾਂ ਦਾ ਕਹਿਣਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਇਸ ਬਿੱਲ ਦੇ ਮਾਰੂ ਜਿਹੜੇ ਹੈਗੇ ਆ ਪ੍ਰਭਾਵਾਂ ਬਾਰੇ ਵੀ ਦੱਸਿਆ ਜਾਵੇਗਾ ਅਤੇ ਕਾਨੂੰਨੀ ਜੋ ਲੜਾਈ ਲੜੀ ਜਾਣੀ ਹੈ ਉਸ ਨੂੰ ਲੈ ਕੇ ਵੀ ਲਗਾਤਾਰ ਜਿਹੜੇ ਹੈਗੇ ਆ ਕਾਨੂੰਨੀ ਮਾਹਰਾਂ ਦੇ ਨਾਲ ਇਹਨਾਂ ਦਾ ਕਹਿਣਾ ਕਿ ਮੀਟਿੰਗਾਂ ਕੀਤੀਆਂ ਜਾ ਰਹੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਕਿਸ ਤਰੀਕੇ ਨਾਲ ਇਸ ਸੰਘਰਸ਼ ਦੇ ਵਿੱਚ ਹੋਰ ਅੱਗੇ ਕਦਮ ਚੁੱਕੇਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਅਕਾਲੀ ਦਲ ਦਾ ਜੋ ਸਟੈਂਡ ਸਪਸ਼ਟ ਹੈ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜਾ ਹੈ ਅਤੇ ਹਰ ਕੁਰਬਾਨੀ ਦੇਣ ਲਈ ਕਿਸਾਨਾਂ ਦੇ ਨਾਲ ਰਹੇਗਾ। ਰੂਪਨਗਰ ਤੋਂ ਕੈਮਰਾਮੈਨ ਰਵੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।